ਨਿਊਜ਼ੀਲੈਂਡ ਦੀ ਅੱਜ ਸਿਆਸਤ ਦੇ ਵਿੱਚ ਹਲਚਲ ਜਿਹੜੀ ਉਹ ਮਚ ਗਈ ਜਦ ਉੱਥੋਂ ਦੀ ਪ੍ਰਾਈਮ ਮਿਨਿਸਟਰ ਜਸਿੰਡਾ ਆਰਡਨ ਜਿਹੜੀ 2 ਵਾਰੀ ਉੱਥੇ ਪ੍ਰਧਾਨ ਮੰਤਰੀ ਬਣੀ ਆ, ਉਸਨੇ ਅਸਤੀਫਾ ਦੇ ਦਿੱਤਾ ਅਕਤੂਬਰ ਦੇ ਵਿੱਚ ਆ ਰਹੀਆਂ ਜਨਰਲ ਇਲੈਕਸ਼ਨਸ ਤੋਂ ਪਹਿਲਾਂ ਹੀ। ਉਸਨੇ ਅਸਤੀਫਾ ਦੇਣ ਲੱਗੇ ਕਿਹਾ ਵੀ ਇਹ ਮੇਰਾ ਨਿੱਜੀ ਜਿਹੜਾ ਉਹ ਫੈਸਲਾ ਆ। ਕਹਿੰਦੀ ਵੀ ਮੁਲਕ ਨੂੰ ਲੀਡ ਕਰਨਾ ਇਹ ਸਭ ਤੋਂ ਪ੍ਰਿਵਿਲੇਜਡ ਜਿਹੜੀ ਜੌਬ ਆ ਤੇ ਮੈਨੂੰ ਮਾਣ ਆ ਵੀ ਮੈਂ ਇਹ ਕੀਤਾ ਤੇ ਕਹਿੰਦੇ ਪਰ ਨਾਲ ਦੇ ਨਾਲ ਚੈਲੰਜਸ ਵੀ ਆ। ਇੱਕ ਹਿਸਾਬ ਦੇ ਨਾਲ ਉਹਨੇ ਕਿਹਾ ਵੀ ਮੇਰੀ એનર્ਜੀ ਇਸ ਟਾਈਮ ਮੁੱਕ ਚੁੱਕੀ ਆ, ਟੈਂਕ ਮੇਰਾ ਜਿਹੜਾ ਇਸ ਟਾਈਮ ਖਾਲੀ ਆ। ਜਿੰਨਾ ਕੁ ਮੈਂ ਕੰਮ ਕਰ ਸਕਦੀ ਸੀ ਓਨਾ ਹੀ ਜਿਹੜਾ ਉਹ ਕੀਤਾ ਆ ਤੇ ਹੁਣ ਜਿਹੜਾ ਉਸਨੇ ਅਸਤੀਫਾ ਜਿਹੜਾ ਉਹ ਦੇ ਦਿੱਤਾ ਆ ਤੇ ਕਿਹਾ ਵੀ ਉਹ ਰੀ ਇਲੈਕਸ਼ਨ ਦੇ ਲਈ ਨਹੀਂ ਸੀਕ ਕਰੂਗੀ, ਯਾਨੀ ਕਿ ਰੀ ਇਲੈਕਸ਼ਨ 'ਚ ਨਹੀਂ ਹੋਊਗੀ। 14 ਅਕਤੂਬਰ ਨੂੰ ਨਿਊਜ਼ੀਲੈਂਡ ਦੇ ਵਿੱਚ ਜਨਰਲ ਇਲੈਕਸ਼ਨਸ ਜਿਹੜੀਆਂ ਆ ਉਹ ਹੋਣ ਵਾਲੀਆਂ ਆ। ਜਸਿੰਡਾ ਆਰਡਨ ਖਾਸ ਕਰਕੇ ਸੁਰਖੀਆਂ 'ਚ ਉਦੋਂ ਆਈ ਸੀ ਜਦੋਂ ਕੋਵਿਡ-19 ਦੀ ਪੈਂਡੈਮਿਕ ਦੇ ਦੌਰਾਨ ਨਿਊਜ਼ੀਲੈਂਡ ਨੇ ਬਹੁਤ ਹੀ ਸਖਤ ਜਿਹੜੇ ਕਹਿ ਲਓ ਵੀ ਰੈਗੂਲੇਸ਼ਨਸ ਇਸ ਦੇ ਵਿੱਚ ਰਿਸਟ੍ਰਿਕਸ਼ਨਸ ਰੱਖੀਆਂ ਸੀ ਕੋਵਿਡ ਦੇ ਮਾਮਲੇ ਦੇ ਵਿੱਚ। ਸੋ ਇਸ ਨੇ ਹੁਣ ਫਾਈਨਲੀ ਜਿਹੜਾ ਆ ਅਸਤੀਫਾ ਦਿੱਤਾ ਹੈਗਾ ਆ। ਦੂਜੀ ਟਰਮ ਇਹ 2020 ਦੇ ਵਿੱਚ ਰੀ ਇਲੈਕਟ ਹੋ ਕੇ ਜਿੱਤੀ ਸੀਗੀ। ਅਮਰੀਕਾ ਦਾ ਬਹੁਤ ਹੀ ਮਸ਼ਹੂਰ ਐਕਟਰ ਜੂਲੀਅਨ ਸੈਂਡਸ, ਇਹ ਬ੍ਰਿਟਿਸ਼ ਬੌਰਨ ਹੈਗਾ ਪਰ ਕਾਫੀ ਲੰਮੇ ਸਮੇਂ ਤੋਂ ਹਾਲੀਵੁੱਡ ਦੇ ਵਿੱਚ ਰਹਿੰਦਾ, 4 ਦਹਾਕਿਆਂ ਤੋਂ। ਪਿਛਲੇ ਦਿਨਾਂ ਤੋਂ ਉਹ ਲਾਸ ਐਂਜਲਸ ਦੇ ਬਾਹਰ ਜੋ ਪਹਾੜੀਆਂ ਆ ਉਹਨਾਂ ਦੇ ਉੱਤੇ ਹਾਈਕਿੰਗ ਕਰਨ ਗਿਆ ਸੀ ਤੇ ਹੁਣ ਉਸ ਨੂੰ ਮਿਸਿੰਗ ਡਿਕਲੇਅਰ ਕੀਤਾ ਗਿਆ। ਕਹਿੰਦੇ ਸ਼ੁੱਕਰਵਾਰ ਨੂੰ ਪਤਾ ਚੱਲਿਆ ਸੀ ਤੇ ਬੁੱਧਵਾਰ ਨੂੰ ਉਸ ਦੇ ਜਿਹੜੇ ਪਰਿਵਾਰ ਨੇ ਦੱਸਿਆ ਪੁਲਿਸ ਦੇ ਕੋਲ ਵੀ ਉਸ ਨੂੰ ਅਸੀਂ ਲੱਭ ਨਹੀਂ ਸਕੇ ਹੈਗੇ। ਸੋ ਇੱਕ ਰੈਸਕਿਊ ਟੀਮ ਯੂਲੀਅਨ ਦੀ ਜੋ ਭਾਲ ਦੇ ਲਈ ਪੂਰੀ ਤਰ੍ਹਾਂ ਲੱਗੀ ਹੋਈ ਆ ਪਹਾੜੀਆਂ ਦੇ ਵਿੱਚ, ਪਰ ਕਿਉਂਕਿ ਸਨੋ ਕਾਫੀ ਪਈ ਆ ਸੋ ਉਸ ਨੂੰ ਲੱਭਣਾ ਕਾਫੀ ਔਖਾ ਹੋਇਆ ਆ। 65 ਸਾਲਾਂ ਦਾ ਯੂਲੀਅਨ ਇੰਗਲੈਂਡ ਦਾ ਬੌਰਨ ਆ, ਨਾਰਥ ਹਾਲੀਵੁੱਡ ਨੂੰ ਆਪਣਾ ਹੋਮ ਕਹਿੰਦਾ ਸੀ। ਐਕਟਿੰਗ ਕੈਰੀਅਰਸ ਉਸਨੇ 1980 ਦੇ ਵਿੱਚ ਸ਼ੁਰੂ ਕੀਤਾ ਸੀ, ਰੂਮ ਵਿਦ ਏ ਵਿਊ, ਹੋਰ ਇਦਾਂ ਦੀਆਂ ਮੂਵੀਜ਼ ਦੇ ਨਾਲ। ਇਸ ਤੋਂ ਬਿਨਾਂ ਇੱਕ ਹੋਰ ਵੀ ਲਾਸ ਐਂਜਲਸ ਦੇ ਵਿੱਚ ਮਿਸਿੰਗ ਹਾਈਕਰ ਹੈਗਾ ਆ ਜੋ ਕਿ ਸੈਨ ਗੈਬਰੀਅਲ ਮਾਊਂਟੇਨ 'ਚ ਆ। ਉਸ ਦੀ ਵੀ ਜਿਹੜੀ ਭਾਲ ਆ ਉਹ ਲਾਸ ਐਂਜਲਸ ਦੀ ਪੁਲਿਸ ਡਿਪਾਰਟਮੈਂਟ ਕਰ ਰਹੀ ਹੈਗੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੁਛ ਦਿਨ ਪਹਿਲਾਂ 2 ਜਹਾਜ਼ ਆਪਸ 'ਚ ਟਕਰਾਉਣ ਤੋਂ ਬਾਲ-ਬਾਲ ਬਚੇ ਸੀਗੇ JFK ਏਅਰਪੋਰਟ ਨਿਊਯਾਰਕ ਦੇ ਵਿੱਚ। ਅੱਜ ਕਹਿੰਦੇ ਆ ਵੀ ਪਰ 2 ਪਲੇਨਸ ਕਲਾਈਡ ਕਰ ਗਏ ਆ। ਇਹ ਆ ਵੀ ਇਹ ਬਹੁਤ ਵੱਡਾ ਹਾਦਸਾ ਨਹੀਂ, ਪਰ ਆਪਸ ਦੇ ਵਿੱਚ ਜਿਹੜਾ ਟਕਰਾਉਣਾ ਆ ਉਹ ਉਸ ਦੀ ਜਿਹੜੀ ਜਾਂਚ ਆ ਉਹ ਸ਼ੁਰੂ ਹੋ ਚੁੱਕੀ ਆ। ਕਿਸੇ ਨੂੰ ਸੱਟ ਚੋਟ ਨੁਕਸਾਨ ਜਿਹੜਾ ਆ ਉੱਦਾਂ ਨਹੀਂ ਪਹੁੰਚੀ ਹੈਗੀ। ਕਹਿੰਦੇ ਵੀ ਇਹ ਹੁਣ ਅਧਿਕਾਰੀ ਜਿਹੜੇ ਉਹ ਦੱਸ ਰਹੇ ਆ ਵੀ ਫਲਾਈਟ 1603 ਜਿਹੜੀ ਸੈਨ ਜੁਆਨ ਪੋਰਟੋ ਰੀਕੋ ਨੂੰ ਜਾਣੀ ਸੀ, ਜੇ ਟੇਕ ਆਫ ਦੇ ਲਈ ਸਵੇਰੇ 6 ਵਜੇ ਤਿਆਰ ਸੀਗੀ ਤੇ ਉਸ ਏਅਰਕ੍ਰਾਫਟ ਨੂੰ ਜਿਹੜਾ ਮੁੜ ਕੇ ਵਾਪਸ ਜਿਹੜਾ ਉਹ ਲਿਆਂਦਾ ਗਿਆ ਸੀਗਾ ਤੇ ਦੂਜੇ ਜਹਾਜ਼ ਦੀ ਜਿਹੜੀ ਟੇਲ ਆ ਉਸ ਦੇ ਵਿੱਚ ਜਾ ਵੱਜੀ, ਜਿਹੜੀ ਕਿ ਸੇਮ 에ਅਰਲਾਈਨਸ ਦੀ ਜਿਹੜੀ ਉਹ ਸੀਗੀ। ਏਅਰਕ੍ਰਾਫਟ ਜਿਸ ਦੇ ਨਾਲ ਟਕਰਾਈ ਆ ਉਸ ਦੇ ਵਿੱਚ ਕੋਈ ਵੀ ਮੌਜੂਦ ਨਹੀਂ ਸੀਗਾ ਇੱਕ ਜਹਾਜ਼ ਦੇ ਵਿੱਚ। ਸੋ ਬਾਅਦ ਦੇ ਵਿੱਚ ਕਹਿੰਦੇ ਵੀ 7:50 ਦੇ ਉੱਤੇ ਫਲਾਈਟ ਜਿਹੜੀ ਆ ਉਹ ਟੇਕ ਆਫ ਕੀਤੀ ਆ, ਜਦੋਂ ਸਾਰੇ ਪੈਸੰਜਰਸ ਨੇ ਇੱਕ ਹੋਰ ਪਲੇਨ ਦੇ ਵਿੱਚ ਜਿਹੜੇ ਉਹ ਚੜ੍ਹ ਗਏ ਸੀਗੇ। ਸੋ ਇਹ ਹੁਣ ਹਰਜੋਤ ਸਿੰਘ ਜੀ ਇੱਕ ਨਵਾਂ ਮੁੱਦਾ ਜਿਹੜਾ ਉਹ ਉੱਭਰ ਕੇ ਸਾਹਮਣੇ ਆਇਆ ਆ। ਇੱਕ ਤਾਂ ਬਾਲ-ਬਾਲ ਜਿਹੜੇ ਉਹ ਬਚੇ ਸੀਗੇ ਤੇ ਇੱਕ ਆਪਸ ਦੇ ਵਿੱਚ 2 ਜਹਾਜ਼ ਜਿਹੜੇ ਹੁਣ ਟਕਰਾ ਗਏ। ਜਿਹੜੇ 2 ਜਹਾਜ਼ ਟਕਰਾਏ ਆ ਦੋਨੋਂ ਹੀ ਏਅਰਬਸ A320 ਜਿਹੜੇ ਜਹਾਜ਼ ਦੱਸੇ ਜਾਂਦੇ ਆ। ਜੈਟ ਬਲੂ ਨੇ ਕਿਹਾ ਵੀ ਦੋਨਾਂ ਹੀ ਜਹਾਜ਼ਾਂ ਨੂੰ ਹੁਣ ਤੁਰੰਤ ਆਊਟ ਆਫ ਸਰਵਿਸ ਜਿਹੜੀ ਆ ਉਹ ਕਰ ਦਿੱਤਾ ਗਿਆ ਆ। ਫਲਾਈਟ 1603 ਉਸਨੇ ਇੱਕ ਪਾਰਕਡ ਜੈਟ ਬਲੂ ਦੇ ਏਅਰਕ੍ਰਾਫਟ ਆ ਉਸ ਦੀ ਟੇਲ ਦੇ ਵਿੱਚ ਜਿਹੜਾ ਉਹ ਜਾ ਵੱਜਿਆ ਹੈਗਾ ਆ। ਸੋ ਇਹ ਉੱਥੇ ਓਬਵੀਅਸਲੀ ਜਦੋਂ ਇੱਦਾਂ ਦੀ ਖਬਰ ਸੁਣਦੇ ਆ ਤਾਂ ਇੱਕਦਮ ਹੜਕੰਪ ਜਿਹੜਾ ਉਹ ਮੱਚ ਜਾਂਦਾ ਆ। ਕੋਲੀਜਨ ਦੀ ਜਦੋਂ ਖਬਰ ਆਉਂਦੀ ਹੈ ਤੇ ਉਦੋਂ ਇਹੀ ਬੰਦੇ ਨੂੰ ਹੁੰਦਾ ਵੀ ਕਿਤੇ ਕੋਈ ਨੁਕਸਾਨ ਜਿਹੜਾ ਆ ਉਹ ਨਾ ਹੋਇਆ ਹੋਵੇ। ਜਿਹੜੇ ਪਿਛਲੀ ਵਾਰੀ 2 ਜਹਾਜ਼ ਟਕਰਾਉਣ ਵਾਲੇ ਸੀ ਉਹਦੇ ਵਿੱਚ ਦੋਨਾਂ 'ਚ ਜਹਾਜ਼ 'ਚ ਸਵਾਰੀਆਂ ਜਿਹੜੀਆਂ ਉਹ ਸਵਾਰ ਸੀਗੀਆਂ, ਪਰ ਇਹਦੇ ਵਿੱਚ ਜਿਹੜਾ ਇਹ ਬਚਾਅ ਹੋਇਆ ਆ ਵੀ ਕੋਈ ਸਵਾਰੀਆਂ ਨੂੰ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਿਆ। ਪਰ ਹੁਣ ਇੱਕ ਵੱਡੀ ਜਾਂਚ ਦਾ ਵਿਸ਼ਾ ਜਿਹੜਾ ਉਹ ਬਣਿਆ ਵੀ ਬਾਲ-ਬਾਲ ਬਚਣ ਤੋਂ ਬਾਅਦ ਕੁਝ ਦਿਨਾਂ 'ਚ ਫਿਰ ਜਹਾਜ਼ ਆਪਸ 'ਚ ਕਿੱਦਾਂ ਟਕਰਾ ਗਏ।